2022 ਦੇ ਲਈ ਬੀਐਸਪੀ ਤੇ ਅਕਾਲੀ ਦਲ ਦੇ ਵਿੱਚ ਹੋ ਸਕਦਾ ਹੈ ਗੜਜੋੜ। ਬੀਐਸਪੀ ਦੇ ਪ੍ਰਧਾਨ ਜਸਬੀਰ ਸਿੰਘ ਗੜੀ ਨੇ ਕਿਹਾ ਅਕਾਲੀ ਦਲ ਦੇ ਨਾਲ 2-3 ਦੌਰ ਦੀ ਹੋ ਚੁੱਕੀ ਹੈ ਗੱਲਬਾਤ। ਅਕਾਲੀ ਦਲ ਨੇ ਵੀ ਗੱਲਬਾਤ ਹੋਣ ਦੀ ਖਬਰ ਤੇ ਲਗਾਈ ਮੁਹਰ। ਵੈਕਸੀਨ ਵੇਚਣ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦਾ ਹੱਲਾ ਬੋਲ। ਸਿਹਤ ਮੰਤਰੀ ਦੇ ਘਰ ਦੇ ਬਾਹਰ ਕੀਤਾ ਪ੍ਰਦਰਸ਼ਨ, ਅਸਤੀਫੇ ਦੀ ਮੰਗ। ਟੋਹਾਣਾ ਪੁਲਿਸ ਦੇ ਖਿਲਾਫ ਜਾਰੀ ਰਹੇ ਕਿਸਾਨਾਂ ਦਾ ਮੋਰਚਾ। ਪ੍ਰਸ਼ਾਸਨ ਨਾਲ ਮੀਟਿੰਗ ਰਹੀ ਬੇਸਿੱਟਾ। ਕਿਸਾਨ ਲੀਡਰਾਂ ਨੇ ਕਿਹਾ ਕੱਲ ਹਰਿਆਣਾ ਦੇ ਸਾਰੇ ਥਾਣਿਆਂ ਦਾ ਕਰਾਂਗੇ ਘਿਰਾਓ। 2 ਕਿਸਾਨਾਂ ਦੀ ਰਿਹਾਈ ਦੇ ਲਈ ਅੜੇ ਹੋਏ ਨੇ ਪ੍ਰਦਰਸ਼ਨਕਾਰ। ਘਰ ਘਰ ਰਾਸ਼ਨ ਯੋਜਨਾ ਨੂੰ ਮਨਜ਼ੂਰੀ ਨਾ ਮਿਲਣ ਤੇ ਕੇਜਰੀਵਾਲ ਨੇ ਕੇਂਦਰ ਸਰਕਾਰ ਤੇ ਚੁੱਕੇ ਸਵਾਲ। ਕਿਹਾ ਜੇ ਪੀਜ਼ੇ ਦੀ ਹੋ ਸਕਦੀ ਹੈ ਹੋਮ ਡਿਲੀਵਰੀ ਤਾਂ ਰਾਸ਼ਨ ਦੀ ਕਿਉਂ ਨਹੀਂ? ਕਿ ਤੁਹਾਨੂੰ ਰਾਸ਼ਨ ਮਾਫੀਆ ਦੇ ਨਾਲ ਹਮਦਰਦੀ ਹੈ? ਪਠਾਨਕੋਟ ਦੇ ਵਿੱਚ ਮਹਿੰਗਾਈ ਨੂੰ ਲੈ ਕੇ ਯੂਥ ਕਾਂਗਰਸ ਦਾ ਪ੍ਰਦਰਸ਼ਨ। ਐਮਪੀ ਸਨੀ ਦਿਓਲ ਦੀ ਕੋਠੀ ਦੇ ਬਾਹਰ ਪਾਣੀ 'ਚ ਤਲੇ ਪਕੌੜੇ। ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਹੋਇਆ ਕਰੋਨਾ। ਗੁਰੂਗ੍ਰਾਮ ਦੇ ਮੈਦਾਂਤਾ ਹਸਪਤਾਲ ਕਰਵਾਇਆ ਗਿਆ ਦਾਖਲ। ਕੁਝ ਦਿਨਾਂ ਤੋਂ ਬਿਮਾਰ ਚੱਲ ਰਿਹਾ ਹੈ ਰਾਮ ਰਹੀਮ। ਰੇਪ ਕੇਸ ਸੁਨਾਰੀਆ ਜੇਲ੍ਹ 'ਚ ਕੱਟ ਰਿਹਾ ਸਜ਼ਾ। ਸ਼੍ਰੀ ਅਕਾਲ ਤਖਤ ਸਾਹਿਬ ਤੇ ਮਨਾਈ ਗਈ ਸਾਕਾ ਨੀਲਾ ਤਾਰਾ ਦੀ ਬਰਸੀ। ਜਥੇਦਾਰ ਨੇ ਕੌਮ ਦੇ ਨਾਮ ਜਾਰੀ ਕੀਤਾ ਸੰਦੇਸ਼। ਕਿਹਾ 1984 ਦੇ ਹਮਲੇ ਨੂੰ ਘੱਲੂਘਾਰਾ ਕਿਹਾ ਜਾਵੇ। ਸਿੱਖਿਆ ਮੰਤਰਾਲੇ ਨੇ ਸੂਬਿਆਂ ਦਾ ਗ੍ਰੇਡ ਇੰਡੈਕਸ ਕੀਤਾ ਜਾਰੀ। ਪੰਜਾਬ ਨੂੰ ਸਿੱਖਿਆ ਦੇ ਖੇਤਰ ਦੇ ਵਿੱਚ ਮਿਲਿਆ A+ ਦਾ ਗ੍ਰੇਡ। 70 ਮਾਪਦੰਡਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ ਸੂਚੀ। ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਸੂਬੇ ਦੇ ਵਿੱਚ ਬਣਦੇ ਨਵੇਂ ਸਿਆਸੀ ਸਮੀਕਰਨਾਂ ਦੀ। 2022 ਦੇ ਇਲੈਕਸ਼ਨ ਦੇ ਲਈ ਬੀਐਸਪੀ ਅਤੇ ਅਕਾਲੀ ਦਲ ਦੇ ਵਿੱਚ ਗੜਜੋੜ ਹੋ ਸਕਦਾ ਹੈ। ਇਹ ਵੱਡੀ ਖਬਰ ਹੈ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ। ਪੰਜਾਬ ਦੇ ਵਿੱਚ ਅਕਾਲੀ ਬੀਜੇਪੀ ਗੜਜੋੜ ਪਿਛਲੀਆਂ ਚੋਣਾਂ ਸੀ ਜਾਂ ਕਹੀਏ ਕਿ ਪਿਛਲੇ 2 ਦਹਾਕਿਆਂ ਦੇ ਕਰੀਬ ਗੜਜੋੜ ਚੱਲਿਆ ਤੇ ਹੁਣ ਕਿਸਾਨੀ ਦੇ ਮੁੱਦੇ ਉੱਤੇ ਗੜਜੋੜ ਟੁੱਟਿਆ ਤੇ ਅਕਾਲੀ ਦਲ ਬੀਐਸਪੀ ਦੇ ਨਾਲ ਗੜਜੋੜ ਕਰ ਸਕਦਾ ਹੈ। ਬੀਐਸਪੀ ਪੰਜਾਬ ਦੇ ਪ੍ਰਧਾਨ ਨੇ ਸੰਕੇਤ ਦਿੱਤੇ ਨੇ। ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਅਕਾਲੀ ਦਲ ਦੇ ਨਾਲ 2-3 ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਹਾਲਾਂਕਿ ਆਖਰੀ ਫੈਸਲਾ ਬੀਐਸਪੀ ਸੁਪਰੀਮੋ ਮਾਇਆਵਤੀ ਕਰਨਗੇ। ਤੁਹਾਨੂੰ ਦੱਸ ਦਈਏ ਕਿ ਜਸਬੀਰ ਸਿੰਘ ਗੜੀ ਉਹਨਾਂ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ 2-3 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਾਰਟੀ ਦੇ ਨਾਲ, ਅਕਾਲੀ ਦਲ ਦੇ ਨਾਲ। ਤੇ ਦੂਜੇ ਪਾਸੇ ਤੋੜ ਵਿਛੋੜਾ ਬੀਜੇਪੀ ਦੇ ਨਾਲ ਆਲਰੇਡੀ ਹੋ ਚੁੱਕਿਆ ਅਕਾਲੀ ਦਲ ਦਾ, ਇਹ ਸਾਰੇ ਜਾਣਦੇ ਨੇ। ਤੇ ਬੀਐਸਪੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਜਸਬੀਰ ਸਿੰਘ ਗੜੀ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਅਕਾਲੀ ਦਲ ਦੇ ਨਾਲ ਸਾਡੀ ਗੱਲਬਾਤ 2-3 ਗੇੜ ਤੋਂ ਅੱਗੇ ਵਧੀ ਹੈ। ਦੂਜੇ ਪਾਸੇ ਅਕਾਲੀ ਦਲ ਨੇ ਵੀ ਗੱਲਬਾਤ ਹੋਣ ਦੀ ਹਾਮੀ ਭਰ ਦਿੱਤੀ ਹੈ ਤੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜੀ ਹਾਂ ਸਾਡੀ ਗੱਲਬਾਤ ਚੱਲ ਰਹੀ ਹੈ। ਪੰਜਾਬ ਦੇ ਵਿੱਚ ਇਸ ਸਮੇਂ ਸਮੀਕਰਨ ਸਮਝਣੇ ਜ਼ਰੂਰੀ ਹੋਣਗੇ ਕਿਉਂਕਿ ਪੰਜਾਬ 'ਚ ਦਲਿਤ ਵੋਟ ਬੈਂਕ ਵੱਡਾ ਵੋਟ ਬੈਂਕ ਹੈ। ਕਰੀਬ 35% ਦੇ ਨੇੜੇ ਦਲਿਤ ਵੋਟ ਬੈਂਕ ਹੈ ਜਾਂ ਦਲਿਤ ਭਾਈਚਾਰੇ ਦੀ ਆਬਾਦੀ ਹੈ ਪੰਜਾਬ ਦੇ ਵਿੱਚ। ਤੇ ਇਸ ਵਿਚਾਲੇ ਹਰ ਕੋਈ ਇਸ ਸਮੇਂ ਦਲਿਤ ਵੋਟ ਬੈਂਕ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬੀਐਸਪੀ ਨੇ ਬੇਸ਼ੱਕ ਪਿਛਲੇ 2 ਦਹਾਕਿਆਂ ਦੇ ਵਿੱਚ ਕੋਈ ਸੀਟ ਪੰਜਾਬ ਦੇ ਵਿੱਚ ਨਾ ਜਿੱਤੀ ਹੋਵੇ, 3-4 ਇਲੈਕਸ਼ਨ ਪਿਛਲੇ ਤੁਸੀਂ ਦੇਖ ਲਓ, ਪਰ ਵੋਟ ਫੀਸਦ ਤਾਂ ਰਿਹਾ ਖਾਸ ਤੌਰ ਤੇ ਦੁਆਬੇ ਦੇ ਵਿੱਚ ਔਰ ਪੰਜਾਬ 'ਚ ਤਕਰੀਬਨ ਹਰ ਜ਼ਿਲ੍ਹੇ ਦੇ ਵਿੱਚ ਦਲਿਤ ਵੋਟ ਬੈਂਕ ਦਾ ਵੱਡਾ ਅਸਰ ਨਜ਼ਰ ਆਉਂਦਾ ਹੈ। ਤਾਂ ਜੇ ਬੀਐਸਪੀ ਤੇ ਅਕਾਲੀ ਦਲ ਦੇ ਵਿੱਚ ਗੜਜੋੜ ਹੁੰਦਾ ਹੈ ਤਾਂ ਕੀ ਇਹ ਵੱਡਾ ਇੱਕ ਕਦਮ ਹੋਏਗਾ ਅਕਾਲੀ ਦਲ ਦੇ ਲਈ। ਤੇ ਦੂਜੇ ਪਾਸੇ ਇਹ ਵੀ ਸਮਝਣ ਦੀ ਜ਼ਰੂਰਤ ਜ਼ਰੂਰ ਹੈ ਕਿਉਂਕਿ ਅਕਾਲੀ ਦਲ ਨੇ ਹਾਲ ਹੀ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਜੇਕਰ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਫਿਰ ਡਿਪਟੀ ਸੀਐਮ ਦਲਿਤ ਭਾਈਚਾਰੇ ਦਾ ਬਣਾਇਆ ਜਾਵੇਗਾ। ਤਾਂ ਕੀ ਬੀਐਸਪੀ ਦੇ ਨਾਲ ਗੜਜੋੜ ਦੇ ਵੱਲ ਉਹ ਬਿਆਨ ਵੀ ਸੰਕੇਤ ਕਰ ਰਿਹਾ ਹੈ ਕਿ ਜੇਕਰ ਅਕਾਲੀ ਬੀਐਸਪੀ ਦਾ ਗੜਜੋੜ ਹੁੰਦਾ ਹੈ ਤਾਂ ਉਸ ਤੋਂ ਬਾਅਦ ਸਰਕਾਰ ਦੇ ਵਿੱਚ ਆਉਂਦੇ ਨੇ, ਲੋਕ ਭਰੋਸਾ ਜਤਾਉਂਦੇ ਨੇ, ਤਾਂ ਫਿਰ ਕੀ ਬੀਐਸਪੀ ਦਾ ਕੋਈ ਅਹੁਦੇਦਾਰ ਡਿਪਟੀ ਸੀਐਮ ਹੋ ਸਕਦਾ ਹੈ? ਇਹ ਵੀ ਕਿਆਸਤ ਸੁਣਵਾਉਂਦੇ ਤੁਹਾਨੂੰ ਕੀ ਕੁਝ ਕਹਿ ਰਹੇ ਨੇ ਲੀਡਰ ਬੀਐਸਪੀ ਦੇ। 25 ਸਾਲ ਹਰਾਇਆ ਗਿਆ, ਸਾਡੇ ਸਾਹਮਣੇ ਗੱਠਜੋੜ ਹੁੰਦੇ ਸੀ। ਕਦੀ ਕਾਂਗਰਸ ਔਰ ਕਮਿਊਨਿਸਟ ਗੱਠਜੋੜ ਬਣ ਕੇ ਆ ਗਏ, ਕਦੀ ਅਕਾਲੀ ਔਰ ਭਾਜਪਾ ਦਾ ਗੱਠਜੋੜ ਰਿਹਾ। ਆਮ ਆਦਮੀ ਪਾਰਟੀ ਵੀ 17 ਦੇ ਵਿੱਚ ਛੋਟੀਆਂ ਪਾਰਟੀਆਂ ਛੋਟੇ ਚਿਹਰਿਆਂ ਨਾਲ ਗੱਠਜੋੜ ਕਰਕੇ ਬੂਮ ਬਣਾ ਕੇ ਆਈ ਸੀ, ਚਾਹੇ ਉਹ ਲੋਕ ਇਨਸਾਫ ਪਾਰਟੀ ਆ, ਚਾਹੇ ਕੋਈ ਹੋਰ ਛੋਟੇ ਮੋਟੀਆਂ ਐਨਜੀਓਜ਼ ਟਾਈਪ ਨੇ। ਲੇਕਿਨ ਜਿਹੜਾ 2022 ਆ ਰਿਹਾ ਇਹਦੇ 'ਚ ਸਾਰੀਆਂ ਪਾਰਟੀਆਂ ਅੱਜ ਦੇ ਦਿਨ ਕੱਲੀਆਂ ਆ।
ਜਿਹੜੀ ਰਹੀ ਗਠਬੰਧਨ ਗੱਠਜੋੜ ਦੀ ਗੱਲ, ਕਿਉਂਕਿ ਬਹੁਜਨ ਸਮਾਜ ਪਾਰਟੀ ਰਾਸ਼ਟਰੀ ਪਾਰਟੀ ਆ, ਭੈਣ ਕੁਮਾਰੀ ਮਾਇਆਵਤੀ ਜੀ ਇਹਦੇ ਰਾਸ਼ਟਰੀ ਨੇਤਾ ਨੇ, ਪ੍ਰਧਾਨ ਨੇ, ਇਹਦਾ ਫੈਸਲਾ ਭੈਣ ਕੁਮਾਰੀ ਮਾਇਆਵਤੀ ਜੀ ਕਰਨਗੇ ਕਿ ਉਹ ਇਕੱਲੇ ਲੜਨਾ ਆ ਜਾਂ ਗਠਬੰਧਨ 'ਚ ਲੜਨਾ ਆ। ਲੇਕਿਨ ਮੈਨੂੰ ਇਦਾਂ ਲੱਗਦਾ ਆ, ਜੋ ਮੇਰੇ ਕੋਲ ਖਬਰ ਹੈਗੀ ਆ, ਕਿ ਗੱਠਜੋੜ ਦੇ ਲਈ 2-4 ਗੇੜ ਦੀ ਜਿਹੜੀ ਗੱਲਬਾਤ ਹੈ, ਮੈਨੂੰ ਇਦਾਂ ਲੱਗਦਾ ਆ ਵੀ ਸ਼ਾਇਦ ਅਕਾਲੀ ਦਲ ਨਾਲ ਹੋਈ ਆ ਹਾਈ ਕਮਾਂਡ ਦੀ ਹਾਈ ਲੈਵਲ ਤੇ। ਲੇਕਿਨ ਮੇਰੇ ਉਹ ਧਿਆਨ 'ਚ ਜਿਹੜਾ ਹਾਲੇ ਮਾਮਲਾ ਪੂਰੀ ਤਰ੍ਹਾਂ ਜਿਹਨੂੰ ਮੈਂ ਸਪਸ਼ਟ ਤੌਰ ਤੇ ਕਹਾਂ ਇਦਾਂ ਨਹੀਂ। ਤਾਂ ਜਸਬੀਰ ਸਿੰਘ ਗੜੀ ਨੇ ਜ਼ਿਕਰ ਜ਼ਰੂਰ ਕਰ ਦਿੱਤਾ ਕਿ 2-3 ਦੌਰ ਦੀ ਗੱਲਬਾਤ ਹੋਈ, ਹਾਲਾਂਕਿ ਖੁੱਲ ਕੇ ਪੱਤੇ ਖੋਲਣ ਦੇ ਲਈ ਫਿਲਹਾਲ ਤਿਆਰ ਨਹੀਂ ਨੇ ਕਿ ਹੁਣ ਗੜਜੋੜ ਹੋਏਗਾ ਨਹੀਂ ਹੋਏਗਾ, ਸੀਟਾਂ ਕਿਹੜੀਆਂ ਹੋਣਗੀਆਂ, ਕੀ ਫਾਰਮੂਲੇ ਤੇ ਗੱਲ ਹੋ ਰਹੀ ਹੈ। ਪਰ ਇਸ ਸਭ ਦੇ ਵਿਚਾਲੇ ਕਿਉਂਕਿ ਅਕਾਲੀ ਦਲ ਇਸ ਦੇ ਉੱਤੇ ਕੀ ਕਹਿ ਰਿਹਾ ਉਹ ਵੀ ਜ਼ਰੂਰ ਜਾਣਨ ਦੀ ਕੋਸ਼ਿਸ਼ ਅਸੀਂ ਕੀਤੀ ਹੈ ਤੇ ਅਕਾਲੀ ਦਲ ਨੇ ਵੀ ਹਾਮੀ ਭਰੀ ਹੈ। ਬੀਐਸਪੀ ਦੇ ਨਾਲ ਗੱਲਬਾਤ ਹੋਣ ਦੀ ਅਕਾਲੀ ਦਲ ਨੇ ਹਾਮੀ ਭਰੀ ਹੈ। ਪਾਰਟੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਬੀਐਸਪੀ ਦੇ ਨਾਲ ਗੱਲਬਾਤ ਚੱਲ ਰਹੀ ਹੈ ਤੇ ਹੋਰ ਛੋਟੀਆਂ ਪਾਰਟੀਆਂ ਦੇ ਨਾਲ ਵੀ ਸੰਪਰਕ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਵਿਚਕਾਰ ਕੁਝ ਸਮੇਂ ਤੋਂ ਆਉਣ ਵਾਲੀਆਂ 2022 ਦੀਆਂ ਚੋਣਾਂ ਨੂੰ ਲੈ ਕੇ ਗੱਠਜੋੜ ਦੀਆਂ ਵਿਚਾਰਾਂ ਚੱਲ ਰਹੀਆਂ ਸੀਗੀਆਂ, ਮੀਟਿੰਗਾਂ ਚੱਲ ਰਹੀਆਂ ਸੀਗੀਆਂ, ਜਿਹਦੇ ਬਾਰੇ ਸਾਡੇ ਵੱਖ-ਵੱਖ ਲੀਡਰ ਸਾਹਿਬਾਨ ਨੇ ਵੀ ਤੁਸੀਂ ਔਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਇੱਕ ਤਰ੍ਹਾਂ ਦਾ ਜਿਹੜਾ ਇਸ ਗੱਲ ਦਾ ਇਜ਼ਹਾਰ ਕਰਕੇ ਕਿ ਅਸੀਂ ਕਾਂਗਰਸ ਦੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਕਿਸੇ ਵੀ ਹੋਰ ਦੇ ਨਾਲ ਪੰਜਾਬ ਦੇ ਭਲੇ ਵਾਸਤੇ ਗੱਠਜੋੜ ਕਰਨ ਲਈ ਤਿਆਰ ਹੈ। ਤੇ ਉਹਦੇ ਤੋਂ ਵੀ ਇੱਕ ਤਰ੍ਹਾਂ ਦਾ ਇਹੀ ਇਸ਼ਾਰਾ ਸੀਗਾ ਕਿ ਸਾਡਾ ਜਿਹੜਾ ਹੈ ਇਹਨਾਂ ਦੇ ਨਾਲ ਆਉਣ ਵਾਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗੱਠਜੋੜ ਜਿਹੜਾ ਆ ਮੁਕੰਮਲ ਰੂਪ 'ਚ ਸਿਰੇ ਚੜ੍ਹ ਚੁੱਕਾ ਹੈ। ਔਰ ਜਿਹੜਾ ਗੜੀ ਸਾਹਿਬ ਨੇ ਵੀ ਸਵਾਗਤ ਕੀਤਾ ਹੈ ਜਾਂ ਗੜੀ ਸਾਹਿਬ ਨੇ ਵੀ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ ਤੇ 2022 ਦੀਆਂ ਜਿਹੜੀਆਂ ਚੋਣਾਂ ਨੇ, ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ, ਉਹ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਤੇ ਕੁਝ ਹੋਰ ਜਿਹੜੀਆਂ ਪਾਰਟੀਆਂ ਨੇ ਇਹ ਰਲ ਕੇ ਜਿਹੜੀਆਂ ਚੋਣਾਂ ਲੜਨਗੇ। ਤਾਂ ਅਕਾਲੀ ਦਲ ਵੀ ਹਾਮੀ ਭਰ ਰਿਹਾ ਕਿ ਜੋ ਦਾਅਵਾ ਕੀਤਾ ਗਿਆ ਬੀਐਸਪੀ ਦੇ ਆਗੂ ਦੇ ਵੱਲੋਂ, ਅਕਾਲੀ ਦਲ ਨੇ ਵੀ ਉਸ ਤੇ ਕਿਤੇ ਨਾ ਕਿਤੇ ਮੋਹਰ ਲਗਾਈ ਹੈ। ਉਧਰ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਵੀ ਗੱਠਜੋੜ ਦੇ ਸੰਕੇਤ ਦਿੱਤੇ ਸਨ। ਸੁਖਬੀਰ ਨੇ ਕਿਹਾ ਕਿ ਕਾਂਗਰਸ ਬੀਜੇਪੀ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਉਹ ਕਿਸੇ ਦੇ ਨਾਲ ਵੀ ਗੱਠਜੋੜ ਕਰਨ ਦੇ ਲਈ ਤਿਆਰ ਨੇ। ਤਾਂ ਸਿੱਧਾ ਸੰਕੇਤ ਸੀ ਕਿ ਬੀਐਸਪੀ ਦੇ ਵੱਲ ਅਕਾਲੀ ਦਲ ਦੀ ਨਜ਼ਰ ਤਾਂ ਜ਼ਰੂਰ ਹੈ। We are open to alliances with other parties minus Congress, minus BJP and minus AAP. We cannot align with these parties. We will form other like-minded parties with outside these parties. We are open to them. ਹੋਰ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਹੁਣ ਬੀਜੇਪੀ ਦੀ। ਗੱਠਜੋੜ ਸਮੀਕਰਨ ਬਣ ਰਹੇ ਨੇ, ਪਰ ਦੂਜੇ ਪਾਸੇ ਬੀਜੇਪੀ ਅਕਾਲੀ ਦਲ ਤੋਂ ਵੱਖ ਹੋਈ ਹੈ ਤੇ ਇਸ ਵਿਚਾਲੇ ਕਿਸਾਨਾਂ ਦੇ ਅੰਦੋਲਨ ਦੇ ਉੱਤੇ ਪੰਜਾਬ ਬੀਜੇਪੀ ਦੇ ਆਗੂਆਂ ਦੇ ਤੇਵਰ ਵੀ ਤਲਖ ਹੁੰਦੇ ਨਜ਼ਰ ਆ ਰਹੇ ਨੇ। ਹੋਰ ਤਲਖ ਹੋਏ ਨੇ ਅਨਿਲ ਜੋਸ਼ੀ ਦੇ ਤੇਵਰ, ਜਿਹਾਂ ਸਾਬਕਾ ਮੰਤਰੀ ਨੇ, ਪੰਜਾਬ ਬੀਜੇਪੀ ਦਾ ਵੱਡਾ ਨਾਮ ਹੈ ਤੇ ਬੀਜੇਪੀ ਆਗੂ ਆਪਣੀ ਪਾਰਟੀ ਨੂੰ ਅਲਟੀਮੇਟਮ ਵੀ ਦੇ ਰਹੇ ਨੇ। ਅਨਿਲ ਜੋਸ਼ੀ ਨੇ ਆਪਣੀ ਪਾਰਟੀ ਨੂੰ ਅਲਟੀਮੇਟਮ ਦਿੱਤਾ ਹੈ ਤੇ ਕਿਹਾ ਕਿ 15 ਦਿਨਾਂ ਦੇ ਵਿੱਚ ਕਿਸਾਨਾਂ ਦੇ ਉੱਤੇ ਸਟੈਂਡ ਪੰਜਾਬ ਬੀਜੇਪੀ ਸਪਸ਼ਟ ਕਰੇ। ਜਵਾਬ ਨਹੀਂ ਆਇਆ ਤਾਂ ਫਿਰ ਪੰਜਾਬ ਭਰ ਦਾ ਦੌਰਾ ਕਰਾਂਗਾ। ਜੋਸ਼ੀ ਨੇ ਕਿਹਾ ਕਿ ਕਿਸਾਨਾਂ ਦਾ ਹਾਲ ਹੈ ਉਹ ਉੱਚੇ ਅਹੁਦਿਆਂ ਤੱਕ ਬੈਠੇ ਨਹੀਂ ਲੋਕ ਜਾਣਦੇ ਤੇ ਇਸ ਵਿਚਾਲੇ ਆਪਣੀ ਪਾਰਟੀ ਦੇ ਖਿਲਾਫ ਮੋਰਚਾ ਖੋਲ੍ਹਦੇ ਨਜ਼ਰ ਆ ਰਹੇ ਨੇ ਅਨਿਲ ਜੋਸ਼ੀ। ਤੁਹਾਨੂੰ ਦੱਸ ਦਈਏ ਕਿ ਜੋਸ਼ੀ ਨੇ ਇੱਕ ਦਿਨ ਪਹਿਲਾਂ ਨਿਊਜ਼ 18 ਦੇ ਉੱਤੇ ਬਿਆਨ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਜਿਹੜੇ ਉੱਚੇ ਅਹੁਦਿਆਂ ਉੱਤੇ ਬੈਠੇ ਲੋਕ ਨੇ ਉਹਨਾਂ ਨੂੰ ਕਿਸਾਨਾਂ ਦਾ ਹਾਲ ਨਹੀਂ ਪਤਾ ਤੇ ਉਹਨਾਂ ਨੇ ਕਿਹਾ ਕਿ ਕੱਲ ਵਾਲੇ ਬਿਆਨ ਤੋਂ ਬਾਅਦ ਪੰਜਾਬ ਭਰ ਤੋਂ ਉਹਨਾਂ ਨੂੰ ਫੋਨ ਆ ਰਹੇ ਨੇ ਤੇ ਕੱਲ ਉਹਨਾਂ ਨੇ ਕਿਹਾ ਸੀ ਕਿ ਉੱਚੇ ਅਹੁਦਿਆਂ ਵਾਲਿਆਂ ਨੂੰ ਨਹੀਂ ਪਤਾ ਕਿ ਕਿਸਾਨਾਂ ਦਾ ਹਾਲ ਕੀ ਹੈ। 2022 ਦੇ ਵਿੱਚ ਪੰਜਾਬ ਬੀਜੇਪੀ ਨੂੰ ਇਸ ਦਾ ਨੁਕਸਾਨ ਝੱਲਣਾ ਹੋਵੇਗਾ। ਕਿਹਾ 10 ਦਿਨ ਦੇ ਵਿੱਚ ਇਹ ਸਟੈਂਡ ਲੈ ਲੈਣ, ਹਫ਼ਤੇ 'ਚ 10 ਦਿਨਾਂ 15 ਦਿਨਾਂ ਦੀ ਸਟ੍ਰੈਟਜੀ ਬਣਾ ਕੇ ਤੇ ਸਾਰੇ ਪੰਜਾਬ ਦੀ ਬੀਜੇਪੀ ਨਾਲ ਚੱਲਣ ਨੂੰ ਤਿਆਰ ਆ। ਅਸੀਂ ਪੰਜਾਬ ਦੀ ਗੱਲ ਸਾਰੇ ਜ਼ੋਰ ਸ਼ੋਰ ਨਾਲ ਕਰੀਏ, ਜਿਸ ਤਰ੍ਹਾਂ ਕਿਸਾਨ ਐਡਾ ਵੱਡੇ ਰੂਪ ਦੇ ਵਿੱਚ ਗਏ, ਅਸੀਂ ਵੱਡੇ ਰੂਪ 'ਚ ਜਾ ਕੇ ਦਿੱਲੀ ਗੱਲ ਕਰਦੇ। ਤਾਂ ਨਾਰਾਜ਼ਗੀ ਹੈ ਕਿ ਜਿਹੜੇ ਵੱਡੇ ਅਹੁਦਿਆਂ ਤੇ ਲੀਡਰ ਬੈਠੇ ਨੇ ਉਹ ਤਾਂ ਪੰਜਾਬ ਦੀ ਗੱਲ ਕੇਂਦਰ ਤੱਕ ਪਹੁੰਚਾਈ ਇਹਨਾਂ ਨੂੰ ਕੁਰਸੀ ਦਾ ਲਾਲਚ ਫਿਰ ਛੱਡਣਾ ਪਊਗਾ, ਪ੍ਰਧਾਨਗੀ ਦਾ, ਜਨਰਲ ਸੈਕਟਰੀ, ਦੂਜੀਆਂ ਗੱਲਾਂ ਇਹ ਜਿੱਦਣ ਛੱਡ ਦੇਣਗੇ ਨਾ, ਇਹ ਪੰਜਾਬ ਦੀ ਸਹੀ ਭਾਵਨਾ ਉਸ ਦਿਨ ਦਿੱਲੀ ਪਹੁੰਚ ਜੂਗੀ। ਨਹੀਂ ਲੈਂਦੇ ਤਾਂ ਫਿਰ ਤੁਹਾਡਾ ਨਹੀਂ ਤਾਂ ਫਿਰ ਮੈਂ ਗੱਲ ਕਰੂੰਗਾ, ਮੈਂ ਸਾਰੇ ਪੰਜਾਬ ਦਾ ਦੌਰਾ ਕਰੂੰਗਾ, ਮੈਂ ਸਾਰੇ ਪੰਜਾਬ ਦੇ ਲਾਈਕ ਮਾਈਂਡਡ ਜਿਹੜੇ ਚਾਹੁੰਦੇ ਪੰਜਾਬ ਦੀ ਸਮੱਸਿਆ ਹੋਵੇ ਮੈਂ ਹੱਲ ਕਰਨ ਵਾਸਤੇ ਉਹਦੇ। ਤਾਂ ਅਨਿਲ ਜੋਸ਼ੀ ਕਹਿ ਰਹੇ ਨੇ ਕਿ 15 ਦਿਨ ਦਾ ਅਲਟੀਮੇਟਮ ਹੈ, ਜੇਕਰ ਸਟੈਂਡ ਸਪਸ਼ਟ ਨਹੀਂ ਕੀਤਾ ਜਾਂਦਾ ਤਾਂ ਫਿਰ ਉਹਨਾਂ ਦੇ ਵੱਲੋਂ ਦੌਰਾ ਕੀਤਾ ਜਾਏਗਾ। ਉਹਨਾਂ ਦੇ ਵੱਲੋਂ ਜਿਹੜੇ ਪੰਜਾਬ ਭਰ ਦੇ ਹੋਰ ਆਗੂ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਜਾਏਗੀ। ਇਸ ਸਭ ਦੇ ਵਿਚਾਲੇ ਅੱਗੇ ਵਧਦੇ ਹਾਂ ਤੇ ਗੱਲ ਕਿਸਾਨਾਂ ਦੀ ਕਰਾਂਗੇ। ਟੋਹਾਣਾ ਦੇ ਵਿੱਚ ਕਿਸਾਨਾਂ ਦਾ ਧਰਨਾ ਜਾਰੀ ਹੈ। ਜੇ ਟੋਹਾਣਾ 'ਚ ਕਿਸਾਨ ਧਰਨਾ ਨਹੀਂ ਚੁੱਕਣਗੇ
ਤੁਹਾਨੂੰ ਦੱਸ ਦਈਏ ਕਿ ਨਾਲ ਹੀ ਐਲਾਨ ਕੀਤਾ ਗਿਆ ਕਿ ਸੋਮਵਾਰ ਨੂੰ ਯਾਨੀ ਕਿ ਕੱਲ ਸਾਰੇ ਥਾਣਿਆਂ ਦੇ ਘਿਰਾਓ ਦਾ ਵੀ ਐਲਾਨ ਕੀਤਾ ਗਿਆ ਹੈ। ਪ੍ਰਸ਼ਾਸਨ ਤੇ ਕਿਸਾਨਾਂ ਦੇ ਵਿਚਾਲੇ ਜੋ ਮੀਟਿੰਗ ਸੀ ਉਹ ਬੇਸਿੱਟਾ ਰਹੀ ਹੈ। 2 ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਕਿਸਾਨ ਅੜੇ ਹੋਏ ਨੇ। ਸੂਬੇ ਦੇ ਸਾਰੇ ਥਾਣਿਆਂ ਦਾ ਹੁਣ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ। ਯੋਗੇਂਦਰ ਯਾਦਵ ਨੇ ਇਹ ਐਲਾਨ ਕੀਤਾ। ਤੁਹਾਨੂੰ ਦੱਸ ਦਈਏ ਕਿ ਦਰਅਸਲ ਟੋਹਾਣਾ ਦੇ ਵਿੱਚ ਕਿਸਾਨਾਂ ਤੇ ਜੇਜੇਪੀ ਦੇ ਵਿਧਾਇਕ ਦਵਿੰਦਰ ਬੱਬਲੀ ਦੇ ਵਿਚਾਲੇ ਜਿਹੜੀ ਤਕਰਾਰ ਹੋਈ ਸੀ, ਉਸ ਤੋਂ ਬਾਅਦ ਦਵਿੰਦਰ ਬੱਬਲੀ ਦੇ ਉੱਤੇ ਇਲਜ਼ਾਮ ਨੇ ਕਿ ਉਹਨਾਂ ਨੇ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਤੇ ਇਸ ਸਭ ਦੇ ਵਿਚਾਲੇ ਜਿਹੜਾ ਕਿਸਾਨਾਂ ਨੇ ਮੋਰਚਾ ਖੋਲਿਆ। ਕੁਝ ਕਿਸਾਨਾਂ ਦੇ ਖਿਲਾਫ ਮਾਮਲੇ ਵੀ ਦਰਜ ਹੋਏ, ਹਾਲਾਂਕਿ ਜ਼ਿਆਦਾਤਰ ਨੂੰ ਤਾਂ ਛੱਡ ਦਿੱਤਾ ਗਿਆ, ਪਰ 2 ਜਿਹੜੇ ਕਿਸਾਨ ਨੇ ਅਜੇ ਵੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ, ਜੋ ਕਿਸਾਨ ਇਲਜ਼ਾਮ ਲਗਾ ਰਹੇ ਨੇ ਕਿ ਉਹਨਾਂ ਦੇ ਉੱਤੇ ਵੀ ਪਰਚੇ ਜਿਹੜੇ ਹੈਗੇ ਨੇ ਉਹ ਰੱਦ ਹੋਣੇ ਚਾਹੀਦੇ ਨੇ। ਹਾਲਾਂਕਿ ਦਵਿੰਦਰ ਬੱਬਲੀ ਮਾਫੀ ਮੰਗ ਚੁੱਕੇ ਨੇ, ਪਰ ਦੂਜੇ ਪਾਸੇ ਕਿਸਾਨਾਂ ਦਾ ਧਰਨਾ ਜਾਰੀ ਹੈ ਤੇ ਉਹਨਾਂ ਦੇ ਵੱਲੋਂ ਮੰਗ ਇਹੀ ਹੈ ਕਿ ਜਿਹੜੇ 2 ਕਿਸਾਨ ਨੇ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਹੁਣ ਸੋਮਵਾਰ ਨੂੰ ਹਰਿਆਣਾ ਦੇ ਸਾਰੇ ਥਾਣਿਆਂ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ। रुक करते हैं साढ़े सहयोगी इस समय साढ़े नाल ने जसपाल सिंह फतेहाबाद तो। जसपाल, जानना चाहेंगे क्या कुछ आपके पास जानकारी? किसान अब धरना नहीं उठाएंगे, जो प्रशासन के साथ पुलिस अधिकारियों के साथ बातचीत हुई है उसमें क्या कुछ चर्चा हुई? देखिए गौरव, मैं बताना चाहूंगा कि फतेहाबाद के टोहाना सदर थाने के अंदर जो है किसानों का जो धरना प्रदर्शन था वो चल रहा था। तो इसी दौरान पुलिस प्रशासन ने जो गिरफ्तार किए किसान जो है उनकी रिहाई को लेकर किसानों के साथ एक बैठक की थी। करीब 4 से 5 घंटे ये बैठक चली, लेकिन उस समय जो है बेनतीजा रही। उसमें पुलिस के द्वारा कहा गया कि इसमें जो कानूनी दावपेच है उसकी वजह से उन किसानों को तुरंत रिहा नहीं किया जा सकता। तो इसी के विरोध के चलते अब जो किसान है वो मंच पर पहुंचे हैं। राष्ट्रीय नेता राकेश टिकैत है, युद्धवीर सिंह है और योगेंद्र यादव यहाँ पहुंचे थे। उन्होंने अपने संबोधन में अभी कहा है कि इस प्रकार से अगर पुलिस प्रशासन अपनी मनमानी करता रहेगा तो हरियाणा के सभी जिले कल जो है हरियाणा के सभी जिलों का 2 घंटे तक का 11 से 1 बजे तक जो है घेराव किया जाएगा और पूरे हरियाणा में जो है विरोध प्रदर्शन कर इन थानों का घेराव किया जाएगा। अब देखना होगा कि किस प्रकार जो है अब पुलिस इस समस्या को कैसे सुलझा पाती है। और अभी जो एक दबाव में आकर पुलिस ने एक बार फिर से जो है 4 किसानों को इस बैठक के लिए अभी दोबारा से बुलाया जी। शुक्रिया जसपाल, धन्यवाद साडे नाल जुड़न दे लई इस पूरी गलबात लई। ਤਾਂ ਕਿਸਾਨਾਂ ਦੇ ਵੱਲੋਂ ਸਾਫ਼ ਕੀਤਾ ਗਿਆ ਧਰਨਾ ਪ੍ਰਦਰਸ਼ਨ ਟੋਹਾਣਾ ਦੇ ਵਿੱਚ ਜਾਰੀ ਰਹੇਗਾ। ਸੂਬੇ ਦੇ ਸਾਰੇ ਥਾਣਿਆਂ ਦਾ ਘਿਰਾਓ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ ਸੋਮਵਾਰ ਦੇ ਦਿਨ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਗੱਲ ਹੋਵੇਗੀ ਰਾਮ ਰਹੀਮ ਦੀ। ਗੁਰਮੀਤ ਰਾਮ ਰਹੀਮ ਨੂੰ ਕੋਰੋਨਾ ਹੋ ਗਿਆ ਹੈ। ਜੀ ਹਾਂ, ਗੁਰੂਗ੍ਰਾਮ ਦੇ ਮੈਦਾਂਤਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕੁਝ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਰਾਮ ਰਹੀਮ। ਇਸ ਤੋਂ ਪਹਿਲਾਂ ਰੋਹਤਕ ਪੀਜੀਆਈ ਦੇ ਵਿੱਚ ਚੈੱਕਅਪ ਦੇ ਲਈ ਵੀ ਲਿਆਂਦਾ ਗਿਆ ਸੀ ਤੇ ਹੁਣ ਕੋਰੋਨਾ ਦੀ ਤਸਦੀਕ ਹੋ ਗਈ ਹੈ। ਪਹਿਲਾਂ ਤਾਂ ਰਾਮ ਰਹੀਮ ਨੇ ਕੋਰੋਨਾ ਟੈਸਟ ਕਰਵਾਉਣ ਤੇ ਇਨਕਾਰ ਕਰ ਦਿੱਤਾ ਸੀ, ਪਰ ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਕੋਰੋਨਾ ਚੈੱਕਅਪ ਦੇ ਲਈ ਵੀ ਰਾਮ ਰਹੀਮ ਤਿਆਰ ਹੋਇਆ ਤੇ ਖੈਰ ਇਸ ਸਮੇਂ ਜਾਣਕਾਰੀ ਜੋ ਹੈ ਕਿ ਰਾਮ ਰਹੀਮ ਦੀ ਕੋਰੋਨਾ ਰਿਪੋਰਟ ਪॉजिटिव ਆ ਗਈ ਹੈ, ਯਾਨੀ ਕਿ ਕੋਰੋਨਾ ਹੋ ਗਿਆ, ਜੋ ਕਿ ਕੁਝ ਦਿਨਾਂ ਪਹਿਲਾਂ ਤੋਂ ਹੀ ਬਿਮਾਰ ਚੱਲ ਰਿਹਾ ਸੀ। ਇਹ ਵੀ ਤੁਹਾਨੂੰ ਦੱਸ ਦਈਏ ਕਿ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ਦੇ ਵਿੱਚ ਸਜ਼ਾ ਯਾਫਤਾ ਇਹ ਸੋਨਾਰੀਆ ਜੇਲ੍ਹ ਦਾ ਰੋਹਤਕ ਦੇ ਵਿੱਚ ਬੰਦ ਹੈ, ਸਜ਼ਾ ਕੱਟ ਰਿਹਾ, ਜਿਸ ਨੂੰ ਹੁਣ ਮੈਦਾਂਤਾ ਹਸਪਤਾਲ ਗੁਰੂਗ੍ਰਾਮ ਦੇ ਵਿੱਚ ਭਰਤੀ ਕਰਵਾਇਆ। ਸਦਰ ਰੁਕ ਕਰਦੇ ਹਾਂ ਗੁਰੂਗ੍ਰਾਮ ਦਾ ਮੈਦਾਂਤਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਰਾਮ ਰਹੀਮ ਨੂੰ। ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ ਧਰਮਵੀਰ शर्मा। धर्मवीर, जानना चाहेंगे क्या कुछ आपके पास जानकारी? बिल्कुल, देखिए राम रहीम को सुबह 11:55 पर यहाँ मेदांता अस्पताल में लाया गया था। तब से ही जो राम रहीम है उसके कई सारे जो टेस्ट हैं वो होने हैं, वो हो भी रहे हैं। कोरोना का टेस्ट उनका किया गया था, जिसके लिए करके ये जानकारी बाहर आई थी कि उन्हें कोरोना संक्रमित हैं वो। लेकिन अभी अगर हम बात करें तो उनके और भी काफ़ी सारे टेस्ट होने हैं, क्योंकि जिस तरह से राम रहीम ने पिछली बार ये कहा था कि उनकी तबीयत ठीक नहीं है, उन्हें पीजीआई में भर्ती कराया गया था और उसके बाद डॉक्टर्स की सलाह के ऊपर ही उन्हें गुरुग्राम के मेदांता लाया गया है। काफ़ी कुछ और टेस्ट होने हैं, उसके बाद ही साफ हो पाएगा कि राम रहीम को आज यहाँ रखा जाएगा या वापस भेजा जाएगा, या फिर उनका जो इलाज है वो कहाँ होगा और कैसे होगा। क्योंकि जेल के अपने नियम कायदे कानून है और जो एक तरह से सुबह जब लाया गया था राम रहीम को, तो वो इसीलिए लाया गया था कि उनकी जांच होनी है और शाम तक वापस लौटना है। लेकिन अब ऐसे में अगर उनकी तबीयत ज़्यादा खराब होती है या फिर यूँ कहें कि कुछ दिक्कत उनको आती है, तो फिर उसके हिसाब से कैसे आगे बढ़ेंगे, ये कानूनी पहलू जरूर है, लेकिन इसके लिए भी फिर उन्हें और आगे परमिशन लेनी होंगी। लेकिन फिलहाल जो राम रहीम है वो गुरुग्राम के मेदांता में है, यहाँ पर उनका इलाज चल रहा है। धर्मवीर, क्वारंटीन रखा जाता है आमतौर पर जिसकी कोरोना रिपोर्ट पॉजिटिव आ जाए, इसको कोरोना हो जाए, तो क्या मेदांता हॉस्पिटल में ही राम रहीम क्वारंटीन रहेगा? यह समझा जाए कि अगले 14 दिन अब यहीं पे रहेगा?
देखिए, राम रहीम जब यहाँ पर आए थे तो उनका जो पहला टेस्ट है वो रैपिड टेस्ट किया गया था, जिसमें कि पॉजिटिव आने की जो खबर है वो बाहर आई है। लेकिन उसके बाद अब दोबारा से एक तरह से जो आरटीपीसीआर जो टेस्ट है कोरोना का वो किया जा रहा है, तो उसकी रिपोर्ट का भी इंतजार रहेगा। क्योंकि कई बार हमने देखा है कि जो एंटीजन जो टेस्ट होता है एक तरह से वो कई बार उसमें एक तरह से पॉजिटिव आ जाता है, लेकिन जब आरटीपीसीआर किया जाता है तो नेगेटिव आता है। उसकी जो एक्यूरेसी है उसको लेकर के शुरुआत से ही सवाल उठते रहे हैं, और इसीलिए ये कहा जा रहा है कि जो एंटीजन टेस्ट में जो एक तरह से पॉजिटिव जो रिपोर्ट आई है, अब उसके आधार पर आरटीपीसीआर जो टेस्ट है वो राम रहीम का किया जाएगा, और उसमें भी अगर वो पॉजिटिव आते हैं तो जाहिर सी बात है कि फिर उनका कोरोना से संबंधित जो इलाज है वो आगे होगा, और उन्हें या तो यूं कहें कि 14 दिन के लिए क्वारंटाइन होना पड़ सकता है, या फिर यूं कहें कि तबीयत बिगड़ती है तो उन्हें मेदांता में इलाज भी करवाना पड़ सकता है। लेकिन अभी उनका दोबारा से आरटीपीसीआर टेस्ट होना है, उसके बाद स्थिति साफ हो पाएगी कि राम रहीम को यहीं गुरुग्राम में ही रखा जाएगा या फिर कहीं और उन्हें क्वारंटाइन किया जाएगा या फिर वो वापस जेल जाएंगे। शुक्रिया, धन्यवाद साडे नाल जुड़न दे लई, इस पूरी गलबात दे लई। धर्मवीर तुसीं नज़र बनाए रखो, ਅਸੀਂ ਅੱਗੇ ਵੀ ਅਪਡੇਟ ਲੈਂਦੇ ਰਹਾਂਗੇ। ਤਾਂ ਕੁਝ ਦਿਨਾਂ ਤੋਂ ਬਿਮਾਰ ਜ਼ਰੂਰ ਸੀ ਰਾਮ ਰਹੀਮ, ਤੇ ਉਸ ਤੋਂ ਪਹਿਲਾਂ ਜਿਵੇਂ ਅਸੀਂ ਜ਼ਿਕਰ ਕੀਤਾ ਕਿ ਰੋਹਤਕ ਪੀਜੀਆਈ ਵੀ ਲੈ ਕੇ ਗਿਆ ਸੀ, ਜੇਲ੍ਹ ਪ੍ਰਸ਼ਾਸਨ ਉੱਥੇ ਚੈੱਕਅਪ ਹੁੰਦਾ ਹੈ। कोरोना टेस्ट करवाने तो उस समय इनकार कर दिता सी। खैर हुण कोरोना टेस्ट होया है, पॉजिटिव आया है, तो यह भी जानकारी है कि जो रैपिड टेस्ट जिहड़ा किया जाता है नाल दी नाल रिजल्ट आ जाता है, उस दे विच तां पॉजिटिव आ गया। हुण आरटीपीसीआर करवाया जा रहा। छोटे ਜਿਹੇ ब्रेक ਲਈ रुकने, वापस आवांगे कुछ होर खबरां दे नाल।